ਸਤਿ ਸ਼੍ਰੀ ਅਕਾਲ। ਅਸੀਂ ਅਕਸਰ ਜਦੋਂ ਵੀ ਕਿਸੇ ਨੂੰ ਮਿਲਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਹਰ ਕੋਈ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰਹਿੰਦਾ ਹੈ। ਠੀਕ ਹੈ, ਜਿਸ ਤਰ੍ਹਾਂ ਹੁਣ ਅਸੀਂ ਸਕੂਲ ਜਾਂਦੇ ਹਾਂ ਆਪਣੇ, ਅਤੇ ਤੁਸੀਂ ਕਲਾਸ ਵਿੱਚ ਆਉਂਦੇ ਹੋ, ਕੋਈ ਬੱਚਾ ਸਕੂਲ ਆ ਰਿਹਾ ਹੈ, ਕਲਾਸ ਵਿੱਚ ਕੋਈ ਬਸਤਾ ਰੱਖ ਰਿਹਾ ਹੈ, ਕੋਈ ਆਪਣੀ ਕਿਤਾਬ ਕੱਢ ਰਿਹਾ ਹੈ, ਕੋਈ ਬੱਚਾ ਪੜ੍ਹ ਰਿਹਾ ਹੈ। ਠੀਕ ਹੈ, ਤਾਂ ਹਰ ਕੋਈ ਕੁਛ ਨਾ ਕੁਛ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰਹਿੰਦਾ ਹੈ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਵੀ ਦੇਖ ਰਹੇ ਹੋ, ਬਹੁਤ ਸਾਰੇ ਬੱਚੇ ਹਨ ਇਸ ਤਸਵੀਰ ਵਿੱਚ। ਕੋਈ ਬੱਚੇ ਇੱਕ ਟੇਬਲ 'ਤੇ ਬੈਠੇ ਹੋਏ ਨੇ, ਕੋਈ ਡਰਾਇੰਗ ਬਣਾ ਰਹੇ ਨੇ। ਇੱਕ ਪਾਸੇ ਇੱਕ ਅਧਿਆਪਕਾ ਬੈਠ ਕੇ ਬੱਚਿਆਂ ਨੂੰ ਸਮਝਾ ਰਹੀ ਹੈ। ਇੱਕ ਲੜਕੀ ਟਰੇ ਵਿੱਚ ਕੁਛ ਲੈ ਕੇ ਆ ਰਹੀ ਹੈ। ਕੁਛ ਬੱਚੇ ਬਾਕਸਿਸ ਨਾਲ ਖੇਲ ਰਹੇ ਹਨ। ਠੀਕ ਹੈ, ਹਰ ਕੋਈ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਹੋਇਆ ਹੈ। ਅਤੇ ਜੋ ਅਸੀਂ ਕੰਮ ਕਰਨਾ, ਕੋਈ ਨਾ ਕੋਈ ਕੰਮ ਕਰ ਰਹੇ ਹਾਂ, ਅਤੇ ਕੰਮ ਕਰਨ ਨੂੰ ਕੀ ਕਿਹਾ ਜਾਂਦਾ ਹੈ? ਕੰਮ ਕਰਨ ਨੂੰ ਅਸੀਂ ਕੀ ਕਹਿੰਦੇ ਹਾਂ? ਕਿਰਿਆ ਕਹਿੰਦੇ ਹਾਂ। ਤਾਂ ਇਸੇ ਤਰ੍ਹਾਂ ਹੀ ਸਾਡਾ ਅੱਜ ਵਿਆਕਰਨ ਦਾ ਅਗਲਾ ਅਧਿਆਇ ਕੀ ਹੈ? ਕਿਰਿਆ ਹੈ। ਅੱਜ ਅਸੀਂ ਪੰਜਾਬੀ ਵਿਆਕਰਨ ਵਿੱਚ ਕਿਰਿਆ ਕਰਨ ਜਾ ਰਹੇ ਹਾਂ। ਕਿਰਿਆ ਕਹਿੰਦੇ ਕਿਸ ਨੂੰ ਆ? ਠੀਕ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਕੀ ਦੱਸਿਆ ਹੈ ਕਿ ਅਸੀਂ ਹਰੇਕ ਜੀਵ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਹੋਏ ਵੇਖਦੇ ਹਾਂ। ਕੋਈ ਖਾਂਦਾ ਹੈ, ਕੋਈ ਸੌਂਦਾ ਹੈ। ਇਸੇ ਤਰ੍ਹਾਂ ਪੜ੍ਹਨਾ, ਹੱਸਣਾ, ਰੋਣਾ, ਲੜਨਾ, ਖੇਡਣਾ ਆਦਿ ਸਭ ਨਿੱਤ ਦੀਆਂ ਕਿਰਿਆਵਾਂ ਹੁੰਦੀਆਂ ਹਨ। ਅਤੇ ਵਿਆਕਰਨ ਵਿੱਚ ਇਹਨਾਂ ਕਿਰਿਆਵਾਂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਅਸੀਂ ਕੀ ਕਹਿੰਦੇ ਹਾਂ? ਕਿਰਿਆ ਕਹਿੰਦੇ ਹਾਂ। ਠੀਕ ਹੈ, ਕੀ ਕਹਿੰਦੇ ਹਾਂ? ਕਿਰਿਆ। ਹੁਣ ਅਸੀਂ ਦੇਖਦੇ ਹਾਂ ਕਿ ਕਿਰਿਆ ਦੀ ਪਰਿਭਾਸ਼ਾ ਕੀ ਹੋਵੇਗੀ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਬੋਧ ਹੋਵੇ। ਬੋਧ ਹੋਵੇ ਮਤਲਬ ਸਾਨੂੰ ਪਤਾ ਲੱਗੇ ਕਿਸੇ ਕੰਮ ਦੇ ਹੋਣ ਦਾ, ਉਹਨਾਂ ਨੂੰ ਅਸੀਂ ਕਿਰਿਆ ਕਹਿੰਦੇ ਹਾਂ। ਪੰਜਾਬੀ ਵਿਆਕਰਨ ਵਿੱਚ ਕਿਰਿਆ ਜਦੋਂ ਅਸੀਂ ਕਰਨੀ ਹੈ ਤਾਂ ਕਿਰਿਆ ਨੂੰ ਕਰਦਾ ਕੌਣ ਹੈ? ਕੋਈ ਕਿਰਿਆ ਨੂੰ ਕੰਮ ਕਰ ਰਿਹਾ ਹੈ ਨਾ, ਤਾਂ ਜੋ ਕੰਮ ਕਰਨ ਵਾਲਾ ਹੁੰਦਾ ਹੈ ਉਸ ਨੂੰ ਅਸੀਂ ਕਰਤਾ ਕਹਿੰਦੇ ਹਾਂ। ਕਰਤਾ, ਕਰਮ ਅਤੇ ਕਿਰਿਆ। ਪਹਿਲਾਂ ਅਸੀਂ ਇਹ ਸਮਝਦੇ ਹਾਂ ਕਿ ਕਰਤਾ ਕੌਣ ਹੁੰਦਾ ਹੈ, ਕਰਮ ਕੀ ਹੈ ਅਤੇ ਕਿਰਿਆ ਕੀ ਹੈ। ਕਰਤਾ ਜੋ ਕੰਮ ਕਰਦਾ ਹੈ ਉਸ ਨੂੰ ਕਰਤਾ ਕਿਹਾ ਜਾਂਦਾ ਹੈ। ਕਿਸੇ ਵੀ ਵਾਕ ਵਿੱਚ ਜੋ ਕੰਮ ਕਰਨ ਵਾਲਾ ਹੈ ਉਸ ਨੂੰ ਅਸੀਂ ਕਰਤਾ ਕਹਿੰਦੇ ਹਾਂ। ਕਰਮ ਕਿਰਿਆ ਦਾ ਪ੍ਰਭਾਵ ਜਿਸ 'ਤੇ ਪੈਂਦਾ ਹੈ ਉਹ ਕਰਮ ਹੁੰਦਾ ਹੈ। ਕੰਮ ਕਰਨ ਵਾਲੇ ਦਾ ਪ੍ਰਭਾਵ ਜਿਸ 'ਤੇ ਪੈ ਰਿਹਾ ਹੈ ਉਹ ਕੀ ਹੋਏਗਾ? ਕਰਮ ਹੋਵੇਗਾ। ਠੀਕ ਹੈ, ਜਿਵੇਂ ਕਿ ਪੰਜਾਬੀ ਵਿਆਕਰਨ ਵਿੱਚ ਜੋ ਵਾਕ ਬਣਤਰ ਹੈ, ਅਸੀਂ ਇੰਗਲਿਸ਼ ਵਿੱਚ ਕਰਦੇ ਹਾਂ ਨਾ ਸੈਂਟੈਂਸ ਫਾਰਮੇਸ਼ਨ, ਉਹਦੇ ਵਿੱਚ ਕੀ ਆਉਂਦਾ ਹੈ? ਸਬਜੈਕਟ ਪਲੱਸ ਵਰਬ ਦੈਨ ਆਬਜੈਕਟ, ਰਾਈਟ। ਤਾਂ ਇਸੇ ਤਰ੍ਹਾਂ ਹੀ ਪੰਜਾਬੀ ਵਿੱਚ ਸੈਂਟੈਂਸ ਫਾਰਮੇਸ਼ਨ ਵਾਕ ਬਣਤਰ ਕੀ ਹੋਏਗੀ? ਪਹਿਲੇ ਕਰਤਾ ਆਉਂਦਾ ਹੈ, ਕਰਤਾ ਮੀਨਸ ਸਬਜੈਕਟ, ਫਿਰ ਕਰਮ ਆਬਜੈਕਟ, ਦੈਨ ਲਾਸਟ ਵਿੱਚ ਕੀ ਆ ਜਾਂਦਾ ਹੈ? ਕਿਰਿਆ, ਵਰਬ ਜੋ ਹੈ ਉਹ ਲਾਸਟ ਵਿੱਚ ਆ ਜਾਂਦਾ ਹੈ। ਜਿਵੇਂ ਕਿ ਇੱਕ ਵਾਕ ਹੈ, ਸੁਮਿਤ ਖੇਡਦਾ ਹੈ। ਵਾਕ ਅਸੀਂ ਕੀ ਲਿਖਿਆ ਹੈ? ਸੁਮਿਤ ਖੇਡਦਾ ਹੈ। ਇਹਦੇ ਵਿੱਚ ਕੌਣ ਕਰਤਾ ਕੌਣ ਹੈ? ਸੁਮਿਤ ਹੈ, ਕਿਉਂਕਿ ਸੁਮਿਤ ਕੰਮ ਕਰ ਰਿਹਾ ਹੈ। ਕੀ ਕੰਮ ਕਰ ਰਿਹਾ ਹੈ? ਖੇਡਣ ਦਾ ਕੰਮ ਕਰ ਰਿਹਾ ਹੈ। ਠੀਕ ਹੈ, ਤੇ ਇਹਦੇ ਵਿੱਚ ਕੀ ਹੈ? ਸੁਮਿਤ ਖੇਡਦਾ ਹੈ। ਇਹ ਇੱਕ ਆਮ ਵਾਕ ਹੈ ਕਿ ਸੁਮਿਤ ਖੇਡਦਾ ਹੈ। ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹਦੇ ਵਿੱਚ ਸਾਨੂੰ ਕੋਈ ਕਰਮ ਨਹੀਂ ਦਿਖਾਈ ਦੇ ਰਿਹਾ। ਠੀਕ ਹੈ, ਅਗਲਾ ਵਾਕ ਦੇਖੋ, ਸੁਮਿਤ। ਸੁਮਿਤ ਇਹਦੇ ਵਿੱਚ ਕਰਤਾ ਹੋ ਗਿਆ। ਕਰਮ ਕੀ ਹੈ? ਹਾਕੀ, ਤੇ ਖੇਡਦਾ ਹੈ ਕਿਰਿਆ ਹੋ ਗਈ। ਠੀਕ ਹੈ, ਸੁਮਿਤ ਸਬਜੈਕਟ ਹੋ ਗਿਆ, ਇਹਦੇ ਵਿੱਚ ਕਰਤਾ। ਸੁਮਿਤ ਦਾ ਪ੍ਰਭਾਵ ਕਿਸ 'ਤੇ ਪੈ ਰਿਹਾ ਹੈ? ਸੁਮਿਤ ਖੇਡ ਰਿਹਾ ਹੈ। ਕਿਸ ਚੀਜ਼ ਨਾਲ ਖੇਡ ਰਿਹਾ ਹੈ? ਹਾਕੀ ਖੇਡ ਰਿਹਾ ਹੈ। ਤੇ ਸੁਮਿਤ ਦੇ ਜੋ ਕਰਤਾ ਦਾ ਪ੍ਰਭਾਵ ਜੋ ਹੈ ਕਿਰਿਆ ਦਾ, ਕਿਸ ਦੇ ਉੱਪਰ ਪੈ ਰਿਹਾ ਹੈ? ਹਾਕੀ ਦੇ ਉੱਪਰ। ਉਸਨੂੰ ਅਸੀਂ ਕੀ ਕਹਿ ਦਿੰਦੇ ਹਾਂ? ਕਰਮ। ਠੀਕ ਹੈ ਜੀ, ਇਸੇ ਤਰ੍ਹਾਂ ਅੱਗੇ ਵੱਧਦੇ ਹਾਂ। ਇਹਦੇ ਵਿੱਚ ਦੇਖੋ, ਸੁਮਿਤ ਜੋ ਹੈ ਲੜਕਾ ਹੈ, ਕੀ ਖੇਡ ਰਿਹਾ ਹੈ? ਹਾਕੀ ਖੇਡ ਰਿਹਾ ਹੈ। ਤੇ ਲਾਸਟ ਵਿੱਚ ਤਸਵੀਰ 'ਚ ਅਸੀਂ ਕੀ ਕਰ ਰਹੇ ਹਾਂ? ਉਹਨੂੰ ਕਿਰਿਆ ਨੂੰ ਦਿਖਾ ਰਹੇ ਹਾਂ। ਉਸ ਤੋਂ ਬਾਅਦ ਆ ਜਾਂਦੀ ਕਿਰਿਆ ਦੀਆਂ ਕਿਸਮਾਂ। ਕਿਰਿਆ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ? ਪੰਜਾਬੀ ਵਿਆਕਰਨ ਵਿੱਚ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਕਿਹੜੀ ਹੁੰਦੀ ਹੈ? ਅਕਰਮਕ ਕਿਰਿਆ ਤੇ ਸਕਰਮਕ ਕਿਰਿਆ। ਪਹਿਲਾਂ ਅਸੀਂ ਦੇਖਦੇ ਹਾਂ ਕਿ ਅਕਰਮਕ ਕਿਰਿਆ ਕਿਸ ਨੂੰ ਕਹਿੰਦੇ ਹਨ। ਜਦੋਂ ਕਿਰਿਆ ਦਾ ਕੋਈ ਕਰਮ ਨਹੀਂ ਹੁੰਦਾ ਤਾਂ ਉਸਨੂੰ ਕਰਮ ਤੋਂ ਬਿਨਾਂ ਅਕਰਮਕ ਤੋਂ ਨਾਮ ਤੋਂ ਹੀ ਸਾਨੂੰ ਪਤਾ ਲੱਗ ਰਿਹਾ ਨਾ, ਕਰਮ ਤੋਂ ਬਿਨਾਂ
ਤੇ ਜਦੋਂ ਕਿਰਿਆ ਦਾ ਕੋਈ ਕਰਮ ਨਹੀਂ ਹੋਏਗਾ ਉਸ ਨੂੰ ਕਰਮ ਤੋਂ ਬਿਨਾ ਭਾਵ ਅਕਰਮਕ ਸਿੱਧ ਕਿਰਿਆ ਕਿਹਾ ਜਾਂਦਾ ਹੈ। ਠੀਕ ਹੈ, ਅਕਰਮਕ ਕਿਰਿਆ ਵਿੱਚ ਕੋਈ ਵੀ ਲੈ ਸਕਦੇ ਹਾਂ, ਜਿਵੇਂ ਹਰਮਨ ਰੋਟੀ ਖਾ ਰਹੀ ਹੈ। ਠੀਕ ਹੈ, ਹਰਮਨ ਖਾਂਦੀ ਹੈ, ਰੋਟੀ ਨਹੀਂ ਆਏਗਾ ਕਿਉਂਕਿ ਉਹ 'ਚ ਕਰਮ ਆ ਗਿਆ ਨਾ। ਹਰਮਨ ਖਾਂਦੀ ਹੈ, ਬਿੱਲੀ ਦੌੜਦੀ ਹੈ, ਬੱਚੇ ਖੇਡਦੇ ਹਨ। ਇਹ ਕਿਹੜੀ ਕਿਰਿਆ ਹੋ ਗਈਆਂ? ਅਕਰਮਕ ਕਿਰਿਆ। ਹਰਮਨ ਖਾਂਦੀ ਹੈ, ਬੱਚੇ ਖੇਡਦੇ ਹਨ, ਰਾਹੁਲ ਲਿਖਦਾ ਹੈ। ਇਹਨਾਂ ਤਿੰਨਾਂ ਵਾਕ, ਇਹ ਜੋ ਦਿੱਤੇ ਹੋਏ ਨੇ ਵਾਕ, ਇਹ ਕਰਮ ਤੋਂ ਬਿਨਾਂ ਹਨ, ਇਸ ਲਈ ਇਹ ਅਕਰਮਕ ਕਿਰਿਆਵਾਂ ਹਨ। ਵਾਕ ਵਿੱਚ ਕਰਮ ਹੈ ਜਾਂ ਨਹੀਂ, ਜਦੋਂ ਅਸੀਂ ਇਹ ਜਾਣਨਾ ਹੁੰਦਾ ਹੈ ਕਿ ਕਿਹੜੀ ਕਿਰਿਆ ਹੈ, ਜਿਵੇਂ ਕਿ ਤੁਹਾਨੂੰ ਮੰਨ ਲਓ ਪੇਪਰ ਵਿੱਚ ਪੁੱਛਿਆ ਜਾਵੇਗਾ ਪ੍ਰਸ਼ਨ, ਕੋਈ ਇੱਕ ਵਾਕ ਦਿੱਤਾ ਹੋਵੇਗਾ, ਕਿਰਿਆ ਦੀ ਕਿਸਮ ਦੱਸੋ। ਠੀਕ ਹੈ, ਤੇ ਤੁਸੀਂ ਉਸ ਨੂੰ ਕਿੱਦਾਂ ਜੱਜ ਕਰਨਾ ਹੈ ਕਿ ਇਹ ਅਕਰਮਕ ਕਿਰਿਆ ਹੈ ਜਾਂ ਸਕਰਮਕ ਕਿਰਿਆ ਹੈ। ਉਸ ਦੇ ਲਈ ਜੇਕਰ ਕਿਰਿਆ ਦੇ ਪਹਿਲੇ ਕੀ, ਕਿਸ ਨੂੰ ਆਦਿ ਪ੍ਰਸ਼ਨ ਲਗਾ ਦਿੱਤੇ ਜਾਣ ਤਾਂ ਕੋਈ ਉੱਤਰ ਨਾ ਮਿਲੇ ਤਾਂ ਉਹ ਅਕਰਮਕ ਕਿਰਿਆ ਹੋਵੇਗੀ। ਜਿਵੇਂ ਕਿ ਪਹਿਲਾ ਵਾਕ ਹੈ, ਹਰਮਨ ਖਾਂਦੀ ਹੈ। ਠੀਕ ਹੈ, ਅਗਰ ਅਸੀਂ ਕੀ ਲਗਾ ਦਿੰਦੇ ਹਾਂ, ਹਰਮਨ ਕੀ ਖਾਂਦੀ ਹੈ, ਤੇ ਉੱਤਰ 'ਚ ਸਾਨੂੰ ਕੀ ਮਿਲੇਗਾ? ਪਤਾ ਨਹੀਂ ਕੀ ਖਾਂਦੀ ਹੈ। ਠੀਕ ਹੈ, ਕਿਉਂਕਿ ਅਸੀਂ ਵਾਕ ਹੀ ਲਿਖਿਆ ਕਿ ਹਰਮਨ ਖਾਂਦੀ ਹੈ, ਉਹ ਖਾਂਦੀ ਹੈ, ਲੇਕਿਨ ਸਾਡੇ ਕੋਲ ਕੋਈ ਉੱਤਰ ਹੀ ਨਹੀਂ ਹੈ। ਬੱਚੇ ਖੇਡਦੇ ਹਨ, ਅਸੀਂ ਲਿਖ ਦਿੰਦੇ ਹਾਂ ਬੱਚੇ ਕੀ ਖੇਡਦੇ ਹਨ, ਤੇ ਉੱਤਰ ਵਿੱਚ ਕੀ ਆ ਜਾਏਗਾ ਕਿ ਪਤਾ ਨਹੀਂ ਕੀ ਖੇਡਦੇ ਹਨ। ਰਾਹੁਲ ਲਿਖਦਾ ਹੈ, ਕੀ ਲਿਖਦਾ ਹੈ ਸਾਨੂੰ ਨਹੀਂ ਪਤਾ ਹੈ। ਠੀਕ ਹੈ, ਤਾਂ ਇਸ ਲਈ ਜਦੋਂ ਅਸੀਂ ਅਕਰਮਕ ਕਿਰਿਆ ਦਾ ਪਤਾ ਕਰਨਾ ਹੁੰਦਾ ਹੈ, ਕੀ, ਕਿਸ ਨੂੰ, ਕਿਸਨੇ, ਇੱਦਾਂ ਦੇ ਅਸੀਂ ਸ਼ਬਦ ਜਦੋਂ ਅਸੀਂ ਪ੍ਰਸ਼ਨ ਕਰ ਲੈਂਦੇ ਹਾਂ ਤੇ ਸਾਨੂੰ ਕੋਈ ਉੱਤਰ ਨਾ ਮਿਲੇ ਤਾਂ ਉਹਦਾ ਅਰਥ ਕੀ ਹੋਵੇਗਾ ਕਿ ਉਹ ਕਿਹੜੀ ਕਿਰਿਆ ਹੈ? ਅਕਰਮਕ ਕਿਰਿਆ ਹੈ। ਕਿਰਿਆ ਦੀ ਦੂਜੀ ਕਿਸਮ ਹੁੰਦੀ ਹੈ ਸਕਰਮਕ ਕਿਰਿਆ। ਜਿਹੜੀ ਕਿਰਿਆ ਵਿੱਚ ਕਰਤਾ ਤੇ ਕਰਮ ਦੋਵੇਂ ਹੋਣ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਹਰਮਨ ਪੁਸਤਕ ਪੜ੍ਹ ਰਹੀ ਹੈ, ਬੱਚਾ ਖਿਡੌਣੇ ਨਾਲ ਖੇਡ ਰਿਹਾ ਹੈ, ਮਾਤਾ ਜੀ ਖਾਣਾ ਬਣਾ ਰਹੇ ਹਨ। ਠੀਕ ਹੈ, ਇਸੇ ਤਰ੍ਹਾਂ ਹੀ ਜਦੋਂ ਅਸੀਂ ਸਕਰਮਕ ਕਿਰਿਆ ਨੂੰ ਵੀ ਜਾਣਨਾ ਹੋਵੇ ਕਿ ਸਕਰਮਕ ਕਿਰਿਆ ਹੈ, ਤੇ ਜਦੋਂ ਅਸੀਂ ਇਹਦੇ ਵਿੱਚ ਵੀ ਕੀ, ਕਿਸ ਨੂੰ ਲਾ ਕੇ ਪ੍ਰਸ਼ਨ ਕਰਦੇ ਹਾਂ ਤੇ ਸਾਡੇ ਕੋਲ ਇੱਕ ਉੱਤਰ ਆ ਜਾਏਗਾ। ਜਿਸ ਤਰ੍ਹਾਂ ਕਿ ਹਰਮਨ ਕੀ ਪੜ੍ਹ ਰਹੀ ਹੈ, ਉੱਤਰ 'ਚ ਕੀ ਆ ਜਾਏਗਾ? ਪੁਸਤਕ। ਠੀਕ ਹੈ, ਬੱਚਾ ਕਿਸ ਨਾਲ ਖੇਡ ਰਿਹਾ ਹੈ, ਉੱਤਰ 'ਚ ਕੀ ਆ ਜਾਏਗਾ? ਖਿਡੌਣੇ ਨਾਲ। ਤੇ ਜਦੋਂ ਸਾਡੇ ਕੋਲ ਕੋਈ ਉੱਤਰ ਬਚ ਜਾਂਦਾ ਹੈ ਉਸ ਦਾ ਮਤਲਬ ਕੀ ਹੁੰਦਾ ਹੈ ਕਿ ਇਹ ਕਿਰਿਆ ਦੀ ਕਿਹੜੀ ਕਿਸਮ ਹੈ? ਸਕਰਮਕ ਕਿਰਿਆ। ਜਦੋਂ ਕੋਈ ਸਾਡੇ ਕੋਲ ਉੱਤਰ ਨਹੀਂ ਆਉਂਦਾ ਤੇ ਉਸ ਦਾ ਅਰਥ ਕੀ ਹੋਵੇਗਾ? ਅਕਰਮਕ ਕਿਰਿਆ, ਕਰਮ ਤੋਂ ਬਿਨਾਂ। ਹੁਣ ਫਿਰ ਤੁਸੀਂ ਕਿਰਿਆ ਦੀ ਇੱਕ ਵਾਰੀ ਦੁਹਰਾਈ ਕਰ ਲੈਂਦੇ ਹਾਂ ਕਿ ਕਿਰਿਆ ਕਿਸ ਨੂੰ ਕਹਿੰਦੇ ਹਨ? ਕੰਮ ਕਰਨ ਨੂੰ ਕਿਰਿਆ ਕਹਿੰਦੇ ਹਨ। ਠੀਕ ਹੈ ਜੀ, ਜਦੋਂ ਜੋ ਵੀ ਅਸੀਂ ਕੰਮ ਕਰਦੇ ਹਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਕਿਰਿਆ ਕਿਹਾ ਜਾਂਦਾ ਹੈ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਪਤਾ ਲੱਗਦਾ ਹੈ ਉਸ ਨੂੰ ਕਿਰਿਆ ਕਹਿੰਦੇ ਹਨ। ਤੇ ਕਿਰਿਆਵਾਂ ਕਿਹੜੀਆਂ ਹੁੰਦੀਆਂ ਨੇ? ਹੱਸਣਾ, ਰੋਣਾ, ਖੇਡਣਾ, ਨੱਚਣਾ, ਟੱਪਣਾ, ਖਾਣਾ ਪੀਣਾ, ਆਉਣਾ ਜਾਣਾ, ਉੱਠਣਾ ਬੈਠਣਾ, ਇਹ ਸਭ ਕੀ ਹਨ? ਕਿਰਿਆਵਾਂ ਹਨ। ਮੈਨੂੰ ਆਸ ਹੈ ਕਿ ਤੁਹਾਨੂੰ ਪੰਜਾਬੀ ਵਿਆਕਰਨ ਵਿੱਚ ਕਿਰਿਆ ਸਮਝ ਆ ਚੁੱਕੀ ਹੋਵੇਗੀ। ਧੰਨਵਾਦ ਜੀ।